ਇਹ ਬਿਨਾਂ ਕਿਸੇ ਡਿਸਕਸ਼ਨ ਤੋਂ खेती बिल ते कानून लागू कर दिंदे आ। फिर बिना किसी डिस्कशन तो खेती कानून रद्द कर दिंदे आ, रिपील कर दिंदे आ। मेघालय का गवर्नर एक इंटरव्यू या एक आपदे भाषण दौरान ये गल करता भी जो 26 जनवरी ते होया कुछ भी गलत नहीं सी। 26 जनवरी ते उस गुरु साहब दे पुत्तां नूं जिन्हें आपदा शीश दिता उत्थे, जिन्हें आपदा सिर दिता उत्थे, उन्हां नूं निशान साहब चढ़ाउण दा पूरा हक है। जे वो नहीं चढ़ाउणगे तां कौन चढ़ाउणगे? किसान अंदोलन की जदों भी गल सामने आऊगी तो उस दे विच एक वड्डा नाम, एक नौजवान चेहरा हमेशा अखां दे मूहरे आएगा ते वो नाम दीप सिद्धू दा है। दीप सिद्धू जो एक फिल्म अदाकार, एक एक्टिविस्ट, तो सब तो वड्डी गल आ कि पेशे वजों दीप सिद्धू एक एडवोकेट भी है। दीप सिद्धू इन्ने काम करन दे नाल नाल किसानी अंदोलन दे विच एक अजिहा चेहरा हो निबड़िया जिहड़ा पूरे देश दे विच चर्चित रहा। दीप सिद्धू जिसने अपनी फिल्मी कैरियर की शुरुआत फिल्म रमता जोगी नाल कीती सी, जिसका निर्माण धर्मिंदर ने अपने बैनर हेठ कीता सी। दीप सिद्धू का जन्म 1984 ਵਿੱਚ ਮੁਕਤਸਰ ਦੇ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਦੀਪ ਸਿੱਧੂ ਕਿੰਗਫਿਸ਼ਰ ਮਾਡਲ ਹੌਟ ਦੇ ਜੇਤੂ ਬਣੇ ਅਤੇ ਫਿਰ ਉਹਨਾਂ ਨੇ ਗ੍ਰਾਸਮ ਮਿਸਟਰ ਇੰਡੀਆ 'ਚ ਹਿੱਸਾ ਲਿਆ ਅਤੇ ਗ੍ਰਾਸਮ ਮਿਸਟਰ ਪਰਸਨੈਲਿਟੀ ਅਤੇ ਗ੍ਰਾਸਮ ਮਿਸਟਰ ਟੈਲੈਂਟਡ ਬਣੇ। ਸਿੱਧੂ ਨੇ ਮੁੰਬਈ ਵਿੱਚ ਹੈਮੰਤ ਤ੍ਰਿਵੇਦੀ, ਰੋਹਿਤ ਗਾਂਧੀ ਅਤੇ ਹੋਰ ਵੱਡੇ ਡਿਜ਼ਾਈਨਰਾਂ ਲਈ ਰੈਂਪ ਵਾਕ ਵੀ ਕੀਤਾ। ਕਿਸੇ ਤਰ੍ਹਾਂ ਉਹ ਮਾਡਲਿੰਗ ਦੀ ਦੁਨੀਆ ਨਾਲ ਜੁੜ ਗਿਆ। इसलिए उसने कानून की पढ़ाई करने तो बाद वकील वजों प्रैक्टिस करनी भी शुरू की। उसकी पहली प्लेसमेंट सहारा इंडिया परिवार नाल कानूनी सलाहकार वजों हुई सी। फिर उसने ब्रिटिश लॉ फर्म होमडेज नाल काम किया। उन्होंने डिजनी, सोनी पिक्चर और होर हालीवुड स्टूडियोज का ਲਈ भी काम किया। 3.5 सालों ਲਈ बालाजी टेलीफिल्म के कानूनी मुखी रहे। ਇੱਥੇ ਹੀ ਏਕਤਾ ਕਪੂਰ ਨੇ ਉਹਨਾਂ ਨੂੰ ਐਕਟਿੰਗ ਕਰਨ ਲਈ ਕਿਹਾ। ਦੀਪ ਨੇ 2019 ਦੀਆਂ ਭਾਰਤੀ ਚੋਣਾਂ ਦੌਰਾਨ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਗੁਰਦਾਸਪੁਰ ਭਾਜਪਾ ਤੋਂ ਸੰਸਦ ਮੈਂਬਰ ਸਨੀ ਦਿਓਲ ਲਈ ਪ੍ਰਚਾਰ ਕੀਤਾ। ਉਸ ਨੂੰ ਸਨੀ ਦਿਓਲ ਦਾ ਨਜ਼ਦੀਕੀ ਦੱਸਿਆ ਜਾਂਦਾ ਹੈ। ਦਸੰਬਰ 2020 ਵਿੱਚ ਕਿਸਾਨ ਅੰਦੋਲਨ ਦੌਰਾਨ ਕਿਸਾਨ ਯੂਨੀਅਨਾਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਭਾਜਪਾ ਅਤੇ ਆਰਐਸਐਸ ਦਾ ਸਬੰਧ ਦਿਖਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਨੀ ਦਿਓਲ ਨਾਲ ਸਿੱਧੂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ। ਕਿਸਾਨ ਅੰਦੋਲਨ ਦੀ ਜਦੋਂ ਸ਼ੁਰੂਆਤ ਹੋਈ ਤਾਂ ਜਦੋਂ ਮੋਰਚਾ ਹੱਲੇ ਸ਼ੰਭੂ ਬਾਰਡਰ ਤੇ ਸੀ, ਇਹ ਦੀਪ ਸਿੱਧੂ ਹੀ ਸੀ ਜਿਹੜਾ ਨੌਜਵਾਨਾਂ ਦੇ ਲਈ ਇੱਕ ਅਜਿਹਾ ਆਗੂ ਬਣਿਆ ਜਿਸ ਦੀ ਜੋੜੀ ਲੱਖੇ ਸਿਧਾਣੇ ਦੇ ਨਾਲ ਸੀ। ਇਹ ਦੋਵੇਂ ਨੌਜਵਾਨ ਅਜਿਹੇ ਆਈਕਨ ਹੋ ਨਿਬੜੇ ਕਿ ਇਹਨਾਂ ਨੇ ਨੌਜਵਾਨਾਂ ਵਿੱਚ ਅਜਿਹੀ ਹੱਲਾਸ਼ੇਰੀ ਭਰੀ ਕਿ ਨੌਜਵਾਨ ਵਹੀਰਾਂ ਕੱਤ ਕੇ ਬਿਨਾਂ ਰੁਕਾਵਟਾਂ ਦੀ ਪਰਵਾਹ ਕੀਤਿਆਂ ਦਿੱਲੀ ਵੰਨੀ ਰਵਾਨਾ ਹੋਏ। ਰਾਹ ਵਿੱਚ ਆਈ ਹਰ ਰੁਕਾਵਟ ਪਾਸੇ ਕਰ ਦਿੱਤੀ ਗਈ, ਬੈਰੀਕੇਡ ਤੋੜ ਦਿੱਤੇ ਗਏ। ਇਹ ਦੀਪ ਸਿੱਧੂ ਦੀ ਹੀ ਹੱਲਾਸ਼ੇਰੀ ਸੀ ਜਿਸ ਸਦਕਾ ਦਿੱਲੀ ਦੇ ਮੋਰਚਿਆਂ ਉੱਤੇ ਜਾ ਕੇ ਕਿਸਾਨ ਡਟੇ। ਫਿਰ ਉਸ ਤੋਂ ਬਾਅਦ ਇੱਕ ਅਜਿਹਾ ਸਫ਼ਰ ਸ਼ੁਰੂ ਹੁੰਦਾ ਹੈ ਜਦੋਂ ਦੀਪ ਸਿੱਧੂ ਕਿਸਾਨ ਮੋਰਚਿਆਂ ਦੇ ਵਿੱਚ ਲਗਾਤਾਰ ਉਹਨਾਂ ਦੀਆਂ ਕਾਫੀ ਸਾਰੀ ਵੀਡੀਓ ਵਾਇਰਲ ਹੁੰਦੀਆਂ ਨੇ। ਉਹ ਕਿਸਾਨਾਂ ਨੂੰ ਅਤੇ ਨੌਜਵਾਨਾਂ ਨੂੰ ਕਾਫੀ ਸੁਨੇਹੇ ਦਿੰਦੇ ਨਜ਼ਰ ਆਉਂਦੇ ਨੇ। ਦਿੱਲੀ ਮੋਰਚਿਆਂ ਵਿੱਚ ਸਿੱਧੂ ਲਗਾਤਾਰ ਗਰਜਦੇ ਰਹੇ, ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਉਹਨਾਂ ਆਡਾ ਰਾਈ ਰੱਖਿਆ, ਕਦੇ ਵੀ ਪਿੱਛੇ ਨਹੀਂ ਹਟੇ। ਪਰ 26 ਜਨਵਰੀ ਵਾਲੀ ਘਟਨਾ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਉੱਪਰ ਕੇਸ ਦਰਜ ਕੀਤਾ ਗਿਆ ਕਿ ਆਖਰ ਦਿੱਲੀ ਦੇ ਲਾਲ ਕਿਲੇ ਦੇ ਉੱਪਰ ਖਾਲਸੇ ਦਾ ਝੰਡਾ ਕਿਉਂ ਚੜਾਇਆ। ਇਸ ਮਾਮਲੇ ਨੂੰ ਲੈ ਕੇ ਦੀਪ ਸਿੱਧੂ ਉੱਪਰ ਕੇਸ ਵੀ ਦਰਜ ਕੀਤਾ ਗਿਆ ਤਾਂ ਫਿਰ ਕੁਝ ਅਰਸੇ ਬਾਅਦ ਦੀਪ ਸਿੱਧੂ ਨੂੰ गिरफ्तार भी कर लिया गया। इस मामले नूं लैके दीप सिद्धू सुर्खियां बने रहे। कई दिन मीडिया विच उन्हां दी चर्चा हुंदी रही। लोकां दे मनां दे विच भी इक्कोदम आ गया कि हो सकता है कि दीप सिद्धू ने किसान अंदोलन नूं खत्म करन दी कोई साजिश घड़ी होवे। अजिहियां गल्लां भी उभर के सामने आईयां, पर दीप सिद्धू ने इन्हां गल्लां दी परवाह नहीं कीती। दिल्ली पुलिस की विशेष जांच टीम वल्लों दीप सिद्धू नूं गिरफ्तार किया गया ते उन्हां दे विरुद्ध चार्जशीट दायर की गई। चार्जशीट 17 मई 2021 ਨੂੰ 30 ਹਜ਼ਾਰੀ ਅਦਾਲਤ ਵਿੱਚ
ਪੇਸ਼ ਕੀਤੀ ਗਈ ਸੀ, ਜਿਸ ਵਿੱਚ ਗਣਤੰਤਰ ਦਿਵਸ ਦੀ ਪੂਰੇ ਸ਼ਹਿਰ 'ਚ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੇ ਬਾਰੇ ਇਹ ਚਾਰਜ ਸ਼ੀਟ ਦਾਇਰ ਕੀਤੀ ਸੀ ਔਰ ਇਸ 350 ਪੰਨਿਆਂ ਦੀ ਚਾਰਜ ਸ਼ੀਟ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਸਾਜ਼ਿਸ਼ਕਰਤਾ ਕੌਣ ਨੇ ਤੇ ਪੂਰੀ ਘਟਨਾ ਕਿਵੇਂ ਵਾਪਰੀ ਵਿਸਥਾਰ ਸਹਿਤ ਦੱਸਿਆ ਗਿਆ ਸੀ। ਇਸ ਦੇ ਵਿੱਚ ਲੱਖਾ ਸਧਾਣਾ ਅਤੇ 6 ਹੋਰ ਫਰਾਰ ਮੁਲਜ਼ਮਾਂ ਦਾ ਨਾਮ ਸਾਹਮਣੇ ਸੀਗਾ। ਦੀਪ ਸਿੱਧੂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਲੱਖਾ ਸਧਾਣਾ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ। ਹਾਲਾਂਕਿ ਇਸ ਮਾਮਲੇ ਦੇ ਵਿੱਚ 150 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਇਸ ਮਾਮਲੇ ਵਿੱਚ ਹੀ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਜਾਂਦੀ ਹੈ, ਪਰ ਉਸ ਦੇ ਨਾਲ ਹੀ ਲਾਲ ਕਿਲੇ ਦੇ ਵਿੱਚ ਤੋੜ-ਫੋੜ ਮਾਮਲੇ ਨੂੰ ਲੈ ਕੇ ਇੱਕ ਵੱਖਰੀ ਸ਼ਿਕਾਇਤ ਵੀ ਦਰਜ ਕਰਾਈ ਜਾਂਦੀ ਹੈ। ਹਾਲੇ ਦੀਪ ਸਿੱਧੂ ਦੀ ਇੱਕ ਮਾਮਲੇ ਵਿੱਚ ਰਿਹਾਈ ਨਹੀਂ ਸੀ ਹੋਈ ਕਿ ਜਦੋਂ ਲਾਲ ਕਿਲੇ ਦੇ ਵਿੱਚ ਤੋੜ-ਫੋੜ ਦਾ ਇੱਕ ਹੋਰ ਮਾਮਲਾ ਉਹਨਾਂ ਉੱਤੇ ਪਾ ਦਿੱਤਾ ਗਿਆ। ਫਿਰ ਇਸ ਮਾਮਲੇ ਦੇ ਵਿੱਚ ਵੀ ਕੇਸ ਚੱਲਿਆ ਤੇ ਜਿਸ ਦੇ ਵਿੱਚ 30,000 ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੀਆਂ 2 ਜ਼ਮਾਨਤਾਂ ਲੈ ਕੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਉਸ ਤੋਂ ਬਾਅਦ ਇੱਕ ਵਾਰ ਫਿਰ ਦੀਪ ਸਿੱਧੂ ਆ ਕੇ ਕਿਸਾਨ ਮੋਰਚਿਆਂ ਦੇ ਵਿੱਚ ਛਾਏ ਰਹੇ, ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਰਹੇ, ਆਪਣੀ ਗੱਲ ਰੱਖਦੇ ਰਹੇ। ਦੀਪ ਸਿੱਧੂ ਵਾਰ-ਵਾਰ ਇਹ ਗੱਲ ਕਰਦੇ ਰਹੇ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਨਾ ਚਿਰ ਤੱਕ ਅਸੀਂ ਘਰਾਂ ਨੂੰ ਵਾਪਸ ਨਹੀਂ ਮੁੜਾਂਗੇ, ਅਸੀਂ ਹਰ ਹੀਲੇ ਇਹ ਕਾਨੂੰਨ ਵਾਪਸ ਕਰਾਵਾਂਗੇ, ਇਹ ਕਾਨੂੰਨ ਜੋ ਕਿਸਾਨ ਮਾਰੂ ਕਾਨੂੰਨ ਨੇ। ਦੀਪ ਸਿੱਧੂ ਮਹਿਜ਼ ਇੱਕ ਅਦਾਕਾਰ ਜਾਂ ਇੱਕ ਵਕੀਲ ਹੀ ਨਹੀਂ, ਸਗੋਂ ਉਹ ਇੱਕ ਅਜਿਹੇ ਨੌਜਵਾਨ ਆਗੂ ਵਜੋਂ ਉੱਭਰ ਕੇ ਸਾਹਮਣੇ ਆਏ ਨੇ ਜਿਨ੍ਹਾਂ ਬਿਨਾਂ ਕਿਸਾਨ ਅੰਦੋਲਨ ਦਾ ਇਹ ਸੰਘਰਸ਼ ਅਧੂਰਾ ਰਹੇਗਾ, ਇਹ ਇਤਿਹਾਸ ਅਧੂਰਾ ਰਹੇਗਾ। ਫਿਲਮਾਂ ਤੋਂ ਇਲਾਵਾ ਉਹ ਬਾਸਕਟਬਾਲ ਖਿਡਾਰੀ ਵੀ ਨੇ। ਉਹਨਾਂ ਨੇ ਸਕੂਲ ਕਾਲਜ ਵਿੱਚ ਬਾਸਕਟਬਾਲ ਵੀ ਖੇਡੀ ਅਤੇ 5 ਨੈਸ਼ਨਲ ਚੈਂਪੀਅਨਸ਼ਿਪ ਵੀ ਖੇਡੀਆਂ। ਉਹ ਰਾਸ਼ਟਰੀ ਪੱਧਰ ਤੇ ਜੂਨੀਅਰ ਇੰਡੀਅਨ ਅਤੇ ਬਾਸਕਟਬਾਲ ਲਈ ਖੇਡ ਚੁੱਕੇ ਨੇ। ਜਲਦੀ ਹੀ ਦੀਪ ਸਿੱਧੂ ਦੀ ਇੱਕ ਹੋਰ ਫਿਲਮ ਵੀ ਰਿਲੀਜ਼ ਹੋਣ ਜਾ ਰਹੀ ਹੈ। ਦੀਪ ਸਿੱਧੂ ਲਗਾਤਾਰ ਫਿਲਮਾਂ ਵੀ ਕਰ ਰਹੇ ਨੇ, ਪ੍ਰੈਕਟਿਸ ਵੀ ਜਾਰੀ ਹੈ ਤੇ ਇਸ ਤੋਂ ਇਲਾਵਾ ਵੱਡੀ ਗੱਲ ਹੈ ਕਿ ਪੰਜਾਬ ਦੇ ਲਈ ਉਹਨਾਂ ਨੂੰ ਵੱਡੀ ਚਿੰਤਾ ਬਣੀ ਰਹਿੰਦੀ ਹੈ, ਤਾਂ ਪੰਜਾਬ ਦੇ ਇੱਕ ਚਿੰਤਕ ਵਜੋਂ ਵੀ ਦੀਪ ਸਿੱਧੂ ਦਾ ਨਾਂ ਉੱਭਰ ਕੇ ਸਾਹਮਣੇ ਆਉਂਦਾ ਹੈ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ, ਬੇਸ਼ੱਕ ਖੇਤੀ ਕਾਨੂੰਨ ਵਾਪਸ ਕਰਨ ਦਾ ਕੇਂਦਰ ਸਰਕਾਰ ਨੇ ਐਲਾਨ ਕਰ ਦਿੱਤਾ ਹੈ, ਪਰ ਦੀਪ ਸਿੱਧੂ ਹਾਲੇ ਵੀ ਡਟੇ ਹੋਏ ਨੇ। ਹਾਲੇ ਵੀ ਉਹ ਇਹੀ ਗੱਲ ਕਹਿ ਰਹੇ ਨੇ ਕਿ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਿੰਨਾ ਚਿਰ ਤੱਕ ਕੇਂਦਰ ਸਰਕਾਰ ਪਾਰਲੀਮੈਂਟ ਦੇ ਵਿੱਚ ਕਾਨੂੰਨ ਰੱਦ ਨਹੀਂ ਕਰਦੀ, ਜਿੰਨਾ ਚਿਰ ਤੱਕ ਬਾਕੀ ਮੰਗਾਂ ਨਹੀਂ ਮੰਨਦੀ, ਉਹਨਾਂ ਚਿਰ ਘਰਾਂ ਨੂੰ ਵਾਪਸ ਨਹੀਂ ਜਾਵਾਂਗੇ। ਦੀਪ ਸਿੱਧੂ ਇੱਕ ਅਜਿਹਾ ਨਾਮ ਵੀ ਹੈ ਜੋ ਇਸ ਗੱਲੋਂ ਵੀ ਜਾਣਿਆ ਜਾਂਦਾ ਹੈ ਕਿ ਜਿੰਨੀ ਉਸ ਕੋਲੇ ਨੌਲੇਜ ਹੈ, ਜਿਸ ਤਰੀਕੇ ਦੀ ਜਾਣਕਾਰੀ ਹੈ, ਜਿਸ ਤਰੀਕੇ ਦੀ ਉਹਨਾਂ ਪੜ੍ਹਾਈ ਕੀਤੀ ਹੈ, ਤਾਂ ਉਹਨਾਂ ਦੀ ਹਰ ਗੱਲ ਸੁਣ ਕੇ ਨੌਜਵਾਨ ਕੀਲੇ ਜਾਂਦੇ ਨੇ। ਤਾਂ ਕਹਿ ਸਕਦੇ ਹਾਂ ਕਿ ਕਿਸਾਨ ਅੰਦੋਲਨ ਦੇ ਵਿੱਚ ਜੇ ਕੋਈ ਪੜ੍ਹਿਆ ਲਿਖਿਆ ਨੌਜਵਾਨ ਆਗੂ ਉੱਭਰ ਕੇ ਸਾਹਮਣੇ ਆਇਆ ਹੈ ਤੇ ਉਹ ਦੀਪ ਸਿੱਧੂ ਦਾ ਨਾਮ ਹੀ ਹੈ। ਹੁਣ ਵੀ ਉਮੀਦ ਕੀਤੀ ਜਾ ਸਕਦੀ ਹੈ ਕਿ ਦੀਪ ਸਿੱਧੂ ਜਿਸ ਤਰੀਕੇ ਨਾਲ ਡਟੇ ਹੋਏ ਨੇ, ਇਸੇ ਤਰ੍ਹਾਂ ਹੀ ਨੌਜਵਾਨ ਅਤੇ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਉਹ ਇੱਕ ਦਿਨ ਆਪਣਾ ਹਰ ਮੋਰਚਾ ਫਤਿਹ ਕਰਕੇ ਵਾਪਸ ਮੁੜਨਗੇ।